ਸਾਰੇ ਜੱਗ ਵਿੱਚ ਵਸਣ ਵਾਲੇ ਪੰਜਾਬੀ ਪਿਆਰਿਆਂ ਦੀ ਸੇਵਾ ਵਿੱਚ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਮਿੱਤਰ, ਤੁਹਾਡਾ ਵੀਰ, ਤੁਹਾਡਾ ਭਰਾ ਤੇ ਤੁਹਾਡਾ ਯਾਰ ਡਾਕਟਰ ਐਮ ਐਚ ਬਾਬਰ ਹਾਜ਼ਰ ਹੈ ਪੰਜਾਬ ਦੀ ਇੱਕ ਨਾਬਰ ਸੁਆਣੀ ਦੀ ਕਹਾਣੀ ਲੈ ਕੇ, ਜਿਹਦਾ ਨਾਂ ਗੁਲਾਬ ਕੌਰ ਹੈ। ਇਹ ਕਹਾਣੀ ਇਲਿਆਸ ਘੁੰਮਣ ਹੋਰਾਂ ਦੀ ਲਾਈ ਹੋਈ ਖੋਜ ਦਾ ਨਤੀਜਾ ਹੈ। ਤੇ ਆਓ ਫਿਰ ਇਲਿਆਸ ਘੁੰਮਣ ਦੇ ਕਲਮ ਰਾਹੀਂ ਸੁਣਦੇ ਹਾਂ ਕਿ ਉਹ ਕੀ ਲਿਖਦੇ ਨੇ। ਗੁਲਾਬ ਕੌਰ ਬਾਰੇ ਬਹੁਤ ਘੱਟ ਲੋਕ ਕੁਝ ਜਾਣਦੇ ਨੇ। ਉਚੇਚੇ ਤੌਰ ਪੰਜਾਬ ਦੀ ਆਜ਼ਾਦੀ ਲਈ ਗੁਲਾਬ ਕੌਰ ਨੇ ਜੋ ਕਾਰਨਾਮੇ ਅੰਜਾਮ ਕੀਤੇ, ਉਹਨਾਂ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਕੁਝ ਇਲਮ ਹੈ। ਸਾਡੇ ਇਤਿਹਾਸ ਲੇਖਕ ਵੀ ਆਜ਼ਾਦੀ ਦੀ ਜੰਗ ਦੇ ਇਸ ਵੱਡੇ ਪਾਤਰ ਨੂੰ ਅਸਲੋਂ ਭੁੱਲੇ ਹੋਏ ਨੇ। ਹਾਲਾਂਕਿ ਆਪਣੀ ਮਾਂ ਧਰਤੀ ਦੀ ਗੁਲਾਬ ਕੌਰ ਨੇ ਜਿਸ ਤਰ੍ਹਾਂ ਆਪਣੀ ਸਾਰੀ ਹਯਾਤੀ ਕੰਮ ਕੀਤਾ, ਉਹ ਤਜ਼ਕਰਾ ਸੋਨੇ ਦੀਆਂ ਤਾਰਾਂ ਨਾਲ ਲਿਖਣਯੋਗ ਸੀ। ਆਓ ਵੇਲੇ ਦੀ ਧੂੜ ਥੱਲੇ ਦੱਬੀ ਇਸ ਮਹਾਨ ਹਸਤੀ ਨਾਲ ਅੱਜ ਮੁਲਾਕਾਤ ਕਰੀਏ। ਇਹ ਪਹਿਲੀ ਜੰਗ ਦਾ ਜ਼ਮਾਨਾ ਸੀ। ਗੋਰੇ ਦੀ ਗੁਲਾਮੀ ਦੀ ਨੀਂਹ ਵਿੱਚ ਜੁੜੇ ਹਿੰਦੁਸਤਾਨ ਦੇ ਵਸਨੀਕ ਅੰਗਰੇਜ਼ ਨੂੰ ਸ਼ਾਇਦ ਸ਼ੌਰੀ ਤੌਰ 'ਤੇ ਜਾਂ ਫਿਰ ਲਾਸ਼ੌਰੀ ਤੌਰ 'ਤੇ ਨਾ ਸ਼ਿਕਸਤਯੋਗ ਸਮਝ ਕੇ ਐਸੇ ਹਾਲ 'ਚ ਹੀ ਮਸਤ ਰਹਿਣ ਦਾ ਮਤਾ ਪਕਾ ਬੈਠੇ ਸਨ। ਪਰ ਇੰਗਲੈਂਡ, ਕੈਨੇਡਾ, ਹਾਂਗਕਾਂਗ ਤੇ ਉਚੇਚੇ ਅਮਰੀਕਾ ਵਿੱਚ ਰੋਜ਼ੀ ਲੱਭਦੇ ਅਪੜਨ ਵਾਲੇ ਸਾਰੇ ਪੰਜਾਬੀ ਬਾਹਰ ਦੀ ਦੁਨੀਆ ਵੇਖ ਕੇ ਆਲ ਦੁਆਲ ਦੇ ਬਦਲਦੇ ਹਾਲ ਅਹਿਵਾਲ ਮੋਹਰੇ ਰੱਖ ਕੇ ਇਹ ਗੱਲ ਚੰਗੀ ਤਰ੍ਹਾਂ ਜਾਣ ਗਏ ਸਨ ਕਿ ਅੰਗਰੇਜ਼ ਕੋਈ ਨਾਕਾਬਲੇ ਸ਼ਿਕਸਤ ਕੌਮ ਨਹੀਂ। ਇਸ ਜਗਤ ਵਿੱਚ ਮਹਾਨ ਬਰਤਾਨੀਆ ਨਾਲ ਟੱਕਰ ਲੈਣ ਵਾਲੇ ਹੋਰ ਵੀ ਕਈ ਤਗੜੇ ਦੇਸ਼ ਹੈ ਸਨ। ਜਦੋਂ ਉਹਨਾਂ ਦੇ ਦਿਲਾਂ ਵਿੱਚ ਇਹ ਗੱਲ ਪੱਕੀ ਤਰ੍ਹਾਂ ਬਹਿ ਗਈ ਕਿ ਅੰਗਰੇਜ਼ ਨੂੰ ਵੀ ਹਰਾਇਆ ਜਾ ਸਕਦਾ ਹੈ, ਤੇ ਫਿਰ ਆਪਣੇ ਆਪ ਹੀ ਉਹਨਾਂ ਦੇ ਮਨ ਵਿੱਚ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਰੀਝਾਂ ਜ਼ੋਰ ਫੜਨ ਲੱਗ ਪਈਆਂ। ਉਸ ਵੇਲੇ ਆਲਮੀ ਹਾਲਾਤ ਇਹ ਸਨ ਕਿ ਸਾਫ਼ ਜਾਪਦਾ ਸੀ ਕਿ ਯੂਰਪ ਵਿੱਚ ਕੋਈ ਬਹੁਤ ਵੱਡਾ ਭੇੜ ਹੋਣ ਵਾਲਾ ਹੈ, ਤੇ ਯੂਰਪ ਵਿੱਚ ਜੰਗ ਛਿੜਨ ਦਾ ਮਤਲਬ ਸੀ ਕਿ ਯੂਰਪ ਦਾ ਸਭ ਤੋਂ ਜ਼ੋਰਾਵਰ ਮੁਲਕ ਬਰਤਾਨੀਆ ਸਭ ਤੋਂ ਪਹਿਲਾਂ ਇਸ ਜੰਗ ਵਿੱਚ ਕੁੱਦੇਗਾ। ਇਹੋ ਵੇਲਾ ਸੀ ਕਿ ਯੂਰਪ ਦੇ ਝੇੜਿਆਂ ਵਿੱਚ ਲੱਤਾਂ ਫਸਾਈ ਬੈਠੇ ਗੋਰੇ ਦੇ ਪੰਜਿਆਂ ਤੋਂ ਆਪਣਾ ਦੇਸ਼ ਆਜ਼ਾਦ ਕਰਵਾ ਲਿਆ ਜਾਵੇ। ਯੂਰਪੀ ਤੇ ਅਮਰੀਕੀ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਆਪਣੇ ਇਹੋ ਜਿਹੇ ਮਕਸਦ ਪੂਰੇ ਕਰਨ ਲਈ ਗਦਰ ਪਾਰਟੀ ਬਣਾਈ ਸੀ। ਇਸ ਪਾਰਟੀ ਦੇ ਜਲਸੇ, ਬੈਠਕਾਂ ਤੇ ਅਖਬਾਰ ਪ੍ਰਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਹਰ ਤਰ੍ਹਾਂ ਦੀਆਂ ਇਨਫੋਰਮੇਸ਼ਨ ਦੇਣ ਤੋਂ ਅੱਡ ਉਹਨਾਂ ਨੂੰ ਇੱਕ ਥੜੇ ਉੱਤੇ ਇਕੱਠਾ ਕਰਨ ਵਿੱਚ ਡਾਢੇ ਕਾਮਯਾਬ ਹੋਏ ਸਨ। ਇਹੋ ਵਜ੍ਹਾ ਸੀ ਕਿ ਜਦੋਂ ਗਦਰ ਪਾਰਟੀ ਵੱਲੋਂ ਅੰਗਰੇਜ਼ ਕੋਲੋਂ ਆਪਣਾ ਦੇਸ਼ ਵਾਪਸ ਲੈਣ ਲਈ ਭਾਰਤ ਪਰਤ ਕੇ ਅਮਲੀ ਕੰਮ ਕਰਨ ਦਾ ਹੋਕਾ ਦਿੱਤਾ ਗਿਆ, ਤੇ ਇਹਨਾਂ ਮੁਲਕਾਂ ਤੋਂ ਬੇਸ਼ੁਮਾਰ ਇਨਕਲਾਬੀ ਜ਼ਹਿਨ ਵਾਲੇ ਪੰਜਾਬੀ ਬਹਿਰੀ ਜਹਾਜ਼ਾਂ ਉੱਤੇ ਸਵਾਰ ਹੋ ਕੇ ਆਪਣੀ ਜੱਦੀ ਭੌਂ ਵੱਲ ਮੁਹਾੜ ਕਰਨਾ ਸ਼ੁਰੂ ਹੋ ਗਏ। ਤੇ ਕੁਝ ਮਹੀਨਿਆਂ ਵਿੱਚ ਹੀ ਸੈਂਕੜੇ ਹਜ਼ਾਰਾਂ ਪੰਜਾਬੀ ਕੈਨੇਡਾ, ਅਮਰੀਕਾ, ਜਾਪਾਨ, ਇੰਗਲੈਂਡ ਤੇ ਹਾਂਗਕਾਂਗ ਨੂੰ ਛੱਡ ਕੇ ਹਿੰਦੁਸਤਾਨ ਅੱਪੜ ਗਏ। ਤੇ ਇੰਜ ਯੂਰਪ ਦੇ ਨਾਲ ਇੱਕ ਗੁਲਾਮ ਬਸਤੀ ਵਿੱਚ ਵੀ ਅੰਗਰੇਜ਼ ਦਾ ਤਖਤ ਡੋਲਣ ਲੱਗ ਪਿਆ। ਅਮਰੀਕਾ ਵਿੱਚ ਰਹਿੰਦੇ ਪੰਜਾਬੀਆਂ ਨੂੰ ਜਦੋਂ ਆਪਣੇ ਦੇਸ਼ ਦੀ ਖਿੱਚ ਲੱਗੀ ਤੇ ਸੈਂਕੜੇ ਗੱਭਰੂ ਹਾਂਗਰੇ ਮਾਰਦੇ ਹਿੰਦੁਸਤਾਨ ਵੱਲ ਠਿੱਲ ਪਏ। ਉਹਨਾਂ ਦਿਨਾਂ ਵਿੱਚ ਹੀ ਅਮਰੀਕਾ ਦੀ ਇੱਕ ਪੰਜਾਬੀ ਟਾਬਰੀ ਵਿੱਚ ਜਣੇ ਜਨਾਨੀ ਵਿਚਕਾਰ ਝਗੜਾ ਹੋ ਗਿਆ। ਉਹ ਦੋਵੇਂ ਜੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪ੍ਰਦੇਸ਼ ਵਿੱਚ ਬਣੀ ਗਦਰ ਪਾਰਟੀ ਦੇ ਮੈਂਬਰ ਸਨ, ਤੇ ਪਾਰਟੀ ਵੱਲੋਂ ਅਮਰੀਕਾ ਤੋਂ ਛਪਣ ਵਾਲੇ ਪੰਜਾਬੀ ਅਖਬਾਰ ਗਦਰ ਦੇ ਲੇਖ ਪੜ੍ਹ ਕੇ ਆਪੂ ਵੀ ਇਨਕਲਾਬੀ ਬਣ ਗਏ ਸਨ। ਜਨਾਨੀ ਕੁਝ ਬਹੁਤੀ ਹੀ ਇਨਕਲਾਬੀ ਸੋਚ ਵਾਲੀ ਸੀ। ਉਹ ਆਖਦੀ ਸੀ ਕਿ ਸਾਨੂੰ ਇਸ ਵੇਲੇ ਜ਼ਰੂਰ ਪੰਜਾਬ ਅੱਪੜ ਕੇ ਅੰਗਰੇਜ਼ਾਂ ਨਾਲ ਆਹਮਣੇ ਸਾਹਮਣੇ ਯੁੱਧ ਕਰਕੇ ਦੇਸ਼ ਆਜ਼ਾਦ ਕਰਵਾਉਣ ਲਈ ਇਸ ਲਹਿਰ ਨਾਲ ਅਮਲੀ ਸਾਂਝ ਪਾਣੀ ਚਾਹੀਦੀ ਹੈ, ਕਿਉਂ ਜੇ ਇਹੋ ਵੇਲਾ ਕਿ ਅਸੀਂ ਆਪਣੀ ਮਾਂ ਧਰਤੀ ਨੂੰ ਆਜ਼ਾਦੀ ਦਿਵਾਉਣ ਲਈ ਆਪਣੀ ਜਾਨ ਦਾਨ ਕਰ ਸਕੀਏ। ਜਣਾ ਵੀ ਇਹੋ ਹੀ ਚਾਹੁੰਦਾ ਸੀ, ਪਰ ਉਹ ਇੱਕ ਕਾਰੋਬਾਰੀ ਬੰਦਾ ਸੀ। ਉਹਦੇ ਦਿਮਾਗ ਵਿੱਚ ਉਹਦੇ ਕਾਰੋਬਾਰ ਦੀ ਤਰੱਕੀ ਮੋਹਰੇ ਸੀ। ਇਸ ਲਈ ਉਹ ਆਜ਼ਾਦੀ ਦੇ ਸੂਰਮਿਆਂ ਦੀ ਮਾਲੀ ਇਮਦਾਦ ਤੇ ਕਰਨ ਲਈ ਤਿਆਰ ਸੀ, ਪਰ ਸਭ ਕੁਝ ਠੱਪ ਕਰਕੇ ਆਪੂ ਜਾ ਕੇ ਲੜਨ ਦੇ ਹੱਕ ਵਿੱਚ ਨਹੀਂ ਸੀ। ਉਹਨੇ ਬੜੇ ਵਕਤਾਂ ਨਾਲ ਅਮਰੀਕਾ ਵਿੱਚ ਆਪਣਾ ਵਪਾਰ ਜਮਾਇਆ ਸੀ, ਤੇ ਉਹਨੂੰ ਡਰ ਸੀ ਕਿ ਪੰਜਾਬ ਪਰਤ ਕੇ ਭੁੱਖ ਤੋਂ ਅੱਡ ਕੁਝ ਨਹੀਂ ਲੱਭੇਗਾ। ਆਪਣੇ ਜਣੇ ਦਾ ਇਨਕਾਰ ਵੇਖ ਕੇ ਜੋਸ਼ੀਲੀ ਜਨਾਨੀ ਨੂੰ ਚੋਖਾ ਵੱਟ ਚੜਿਆ। ਉਹਨੇ ਆਪਣੀਆਂ ਬਾਹਾਂ ਤੋਂ ਚੂੜੀਆਂ ਲਾ ਕੇ ਆਪਣੇ ਜਣੇ ਦੀ ਹਿੱਕ ਉੱਤੇ ਵਗਾਤੀਆਂ ਮਾਰੀਆਂ ਤੇ ਲਲਕਰ ਕੇ ਬੋਲੀ, ਤੈਨੂੰ ਪੈਸਾ ਜੋੜਨ ਦਾ ਇੰਨਾ ਹੀ ਚਾਅ ਹੈ ਤੇ ਲੈ ਫੜ, ਮੈਨੂੰ ਦਿੱਤਾ ਹੈ ਸੋਨਾ ਵੀ ਆਪਣੇ ਕੋਲ ਹੀ ਰੱਖ। ਤੂੰ ਭਾਵੇਂ ਪੰਜਾਬ ਜਾ ਨਾ ਜਾ, ਮੈਂ ਤੇ ਧਰਤੀ ਦੀ ਕੂਕ ਸੁਣ ਕੇ ਆਪ ਹੀ ਜਾਨੀ ਹਾਂ। ਉਹ ਸ਼ੇਰਨੀ ਜਿਹਨੇ ਆਪਣੀ ਗੁਲਾਮ ਧਰਤੀ ਦਾ ਹਾੜਾ ਸੁਣ ਕੇ ਆਪਣੇ ਘਰ ਵਾਲਿਆਂ ਨੂੰ ਵੀ ਛੱਡ ਦਿੱਤਾ, ਇਹਦਾ ਨਾਂ ਗੁਲਾਬ ਕੌਰ ਸੀ। ਗੁਲਾਬ ਕੌਰ ਪਿੰਡ ਬਖਸ਼ੀਵਾਲਾ, ਤਹਿਸੀਲ ਸਨਾਮ, ਸੰਗਰੂਰ ਵਿੱਚ ਜੰਮੀ ਪਲੀ ਸੀ। ਉਹਨੇ ਆਪਣੇ ਘਰ ਵਾਲੇ ਬਚਤਰ ਸਿੰਘ ਨਾਲ ਕਈ ਮੁਲਕ ਵੇਖੇ ਸਨ। ਦੇਸ਼ ਫਿਰਨ ਦਾ ਸਿੱਟਾ ਸੀ ਕਿ ਉਹ ਅਨਪੜ੍ਹ ਹੁੰਦੀ ਹੋਈ ਵੀ ਅੰਗਰੇਜ਼ੀ ਬੋਲ ਤੇ ਸਮਝ ਸਕਦੀ ਸੀ। ਨਾਲੇ ਉਹਦੇ ਦਿਮਾਗ ਵਿੱਚ ਢੇਰ ਸਿਆਸੀ ਜਾਗਰਤੀ ਪੈਦਾ ਹੋ ਚੁੱਕੀ ਸੀ।
ਇਹ ਲੋਕ ਪਹਿਲੋਂ ਵਾਹਵਾ ਚਿਰ ਮਨੀਲਾ ਵਿੱਚ ਰਹੇ ਸਨ ਤੇ ਫਿਰ ਅਮਰੀਕਾ ਗਏ ਤੇ ਉੱਥੇ ਦੇ ਹੀ ਹੋ ਕੇ ਰਹਿ ਗਏ। ਗੁਲਾਬ ਕੌਰ ਥੋੜ੍ਹੀ ਬਹੁਤ ਹਰਫ ਪਛਾਣ ਕਰਕੇ ਗ੍ਰੰਥ ਸਾਹਿਬ ਪੜ੍ਹ ਲੈਂਦੀ ਸੀ। ਇੰਨਾ ਕੁ ਸਿੱਖਿਆ ਦਾ ਸਿੱਟਾ ਸੀ ਕਿ ਜਦੋਂ 8 ਜਨਵਰੀ 1914 ਨੂੰ ਅਮਰੀਕਾ ਤੋਂ ਗਦਰ ਪਾਰਟੀ ਦਾ ਹਫ਼ਤੇਵਾਰ ਅਖਬਾਰ ਗਦਰ ਛਪਣਾ ਸ਼ੁਰੂ ਹੋਇਆ ਤੇ ਉਹ ਅੱਖਰ ਜੋੜ ਕੇ ਉਹਨੂੰ ਪੜ੍ਹਨ ਦੇ ਕਾਬਲ ਹੋ ਗਈ। ਉਂਝ ਤੇ ਗੁਲਾਬ ਕੌਰ ਨੂੰ ਇਸ ਅਖਬਾਰ ਦਾ ਇੱਕ ਇੱਕ ਲਫ਼ਜ਼ ਪੜ੍ਹ ਕੇ ਬੜਾ ਸਰੂਰ ਆਉਂਦਾ ਸੀ, ਪਰ ਉਹ ਲੇਖ ਤੇ ਉਹ ਕਵਿਤਾਵਾਂ ਜਿਨ੍ਹਾਂ ਵਿੱਚ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਪ੍ਰੇਰਨਾ ਦਿੱਤੀ ਗਈ ਹੁੰਦੀ ਸੀ, ਉਹਨੂੰ ਕੁਝ ਵਧੇਰੇ ਹੀ ਪਸੰਦ ਆਉਂਦੇ ਸਨ। ਉਚੇਚੇ ਤੌਰ ਇਸ ਅਖਬਾਰ ਵਿੱਚ ਮੁਸਤਕਿਲ ਲਿਖਣ ਵਾਲੇ ਇੱਕ ਲੇਖਕ ਤੇ ਕਵੀ ਕਰਤਾਰ ਸਿੰਘ ਦੀਆਂ ਨਜ਼ਮਾਂ ਨੇ ਤੇ ਉਹਨੂੰ ਜਿਵੇਂ ਪਾਗਲ ਕੀਤਾ ਹੋਇਆ ਸੀ। ਇਹਨਾਂ ਨਜ਼ਮਾਂ ਨੂੰ ਪੜ੍ਹ ਕੇ ਉਸ ਗਵੇੜ ਲਾਇਆ ਸੀ ਕਿ ਕਰਤਾਰ ਸਿੰਘ ਘੱਟੋ ਘੱਟ 40 ਵਰ੍ਹਿਆਂ ਦਾ ਕੋਈ ਪੁਰਾਣਾ ਇਨਕਲਾਬੀ ਹੈ। ਇਹ ਤੇ ਉਹਦੇ ਗੁਮਾਨ ਵਿੱਚ ਵੀ ਨਹੀਂ ਸੀ ਕਿ ਕਰਤਾਰ ਸਿੰਘ 16-17 ਵਰ੍ਹਿਆਂ ਦਾ ਇੱਕ ਯੂਨੀਵਰਸਿਟੀ ਦਾ ਪੜ੍ਹਿਆਰ ਹੈ। ਪੰਜਾਬ ਪਰਤ ਕੇ ਅੰਗਰੇਜ਼ ਨਾਲ ਆਹਮਣੇ ਸਾਹਮਣੇ ਲੜਨ ਦੇ ਮਸਲੇ ਉੱਤੇ ਆਪਣੇ ਜਣੇ ਨਾਲ ਝਗੜ ਕੇ ਗੁਲਾਬ ਕੌਰ ਆਪਣੇ ਘਰੋਂ ਨਿਕਲ ਖਲੋਤੀ। ਉਹ ਏਡੀ ਅਣਖੀ ਸੀ ਕਿ ਉਹਨੇ ਵਿਦਿਆ ਹੋਣ ਵੇਲੇ ਆਪਣੇ ਘਰ ਵਾਲੇ ਕੋਲੋਂ ਇੱਕ ਪੈਣੀ ਵੀ ਲੈਣੀ ਕਬੂਲ ਨਾ ਕੀਤੀ ਤੇ ਕਈ ਦਿਹਾੜੇ ਸਵਾਰੇ 18 ਘੰਟੇ ਕੰਮ ਕਰਕੇ ਆਪਣੇ ਇੰਨੇ ਡਾਲਰ ਜੋੜ ਲਏ ਕਿ ਉਹਦੇ ਕੋਲ ਹਿੰਦੁਸਤਾਨ ਅਪੜਨ ਲਈ ਬਹਿਰੀ ਜਹਾਜ਼ ਦੀ ਟਿਕਟ ਖਰੀਦਣ ਲਈ ਵਾਹ ਰਕਮ ਹੋ ਗਈ। ਉਹ ਇਹ ਡਾਲਰ ਆਪਣੀ ਚੁੰਨੀ ਪੱਲੇ ਬੰਨ੍ਹ ਕੇ ਬੰਦਰਗਾਹ ਤੇ ਅਪੜੀ। ਉੱਥੇ ਜਾ ਕੇ ਪਤਾ ਲੱਗਾ ਕਿ ਦਿਹਾੜੀ ਮਗਰੋਂ ਇੱਕ ਜਾਪਾਨੀ ਜਹਾਜ਼ ਤੋਸ਼ਾ ਮਾਰੂ ਅਮਰੀਕਾ ਤੋਂ ਹਿੰਦੁਸਤਾਨ ਵੱਲ ਠੇਲਣ ਵਾਲਾ ਹੈ। ਗੁਲਾਬ ਕੌਰ ਨੇ ਉਹਦੀ ਟਿਕਟ ਲਈ ਤੇ ਜਿਵੇਂ ਤਿਵੇਂ ਰਾਤ ਟਪਾ ਕੇ ਤੜਕੇ ਉਹਦੇ ਤੇ ਜਾ ਬੈਠੀ। ਸਫ਼ਰ ਵਿਚਕਾਰ ਉਹਨੂੰ ਸੂਹ ਲੱਗੀ ਕਿ ਜਹਾਜ਼ ਉੱਤੇ ਉਹਦੇ ਵਰਗੇ ਕਈ ਹੋਰ ਇਨਕਲਾਬੀ ਪੰਜਾਬੀ ਵੀ ਸਵਾਰ ਨੇ। ਉਹਨਾਂ ਵਿੱਚ ਬਾਬਾ ਜਵਾਲਾ ਸਿੰਘ ਤੇ ਕੇਸਰ ਸਿੰਘ ਵੀ ਐਸੀ। ਇਹਨਾਂ ਲੋਕਾਂ ਨਾਲ ਵਾਕਫੀ ਹੋਣ ਤੇ ਗੁਲਾਬ ਕੌਰ ਉਹਨਾਂ ਦੇ ਜੁੱਟ ਵਿੱਚ ਰਲ ਗਈ। ਇਹਨਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਦਾ ਜ਼ਿਹਨ ਹੋਰ ਖੁੱਲ੍ਹਾ ਹੋ ਗਿਆ ਤੇ ਉਹਦੇ ਜਜ਼ਬੇ ਪਹਿਲੇ ਤੋਂ ਵੀ ਕਈ ਗੁਣਾ ਹੋਰ ਵੱਧ ਗਏ। ਕਈ ਮਹੀਨਿਆਂ ਦੇ ਸਮੁੰਦਰੀ ਸਫ਼ਰ ਨੇ ਸਾਰੇ ਇਨਕਲਾਬੀਆਂ ਵਿਚਕਾਰ ਚੋਖੀ ਪੀੜੀ ਸਾਂਝ ਪੈਦਾ ਕਰ ਦਿੱਤੀ। 16 ਅਕਤੂਬਰ 1914 ਨੂੰ ਸਮੁੰਦਰੀ ਜਹਾਜ਼ ਤੋਸ਼ਾ ਮਾਰੂ ਕਲਕੱਤੇ ਜਾ ਲੱਗਾ। ਗੁਲਾਬ ਕੌਰ ਕਲਕੱਤੇ ਵਿੱਚ ਕੋਈ ਬਹੁਤਾ ਚਿਰ ਨਹੀਂ ਰਹੀ, ਸਗੋਂ ਲੰਮੇ ਸਫ਼ਰ ਦਾ ਥਕੇਵਾਂ ਲੱਥਦੇ ਸਾਰ ਹੀ ਲਾਹੌਰ ਵੱਲ ਮੁਹਾੜ ਕਰ ਲਿਆ। ਲਾਹੌਰ ਵਿੱਚ ਗਦਰ ਪਾਰਟੀ ਨੇ ਆਪਣੀ ਕਾਰਵਾਈਆਂ ਛੋਹ ਦਿੱਤੀਆਂ ਸਨ। ਆਜ਼ਾਦੀ ਦਾ ਘੋਲ ਘੁਲਣ ਲਈ ਬਾਹਰਲੇ ਮੁਲਕਾਂ ਤੋਂ ਆਏ ਇਹਨਾਂ ਸੂਰਮਿਆਂ ਦਾ ਇੱਕ ਵੱਡਾ ਮਸਲਾ ਉਸ ਵੇਲੇ ਇਹ ਵੀ ਸੀ ਕਿ ਲਾਹੌਰ ਵਿੱਚ ਉਹਨਾਂ ਕੋਲ ਕੋਈ ਪੱਕਾ ਟਿਕਾਣਾ ਨਹੀਂ ਬਣ ਰਿਹਾ ਸੀ। ਕਿਰਾਏ ਦੇ ਮਕਾਨ ਲੈਣਾ ਇਸ ਪਾਰੋਂ ਔਖਾ ਸੀ ਕਿ ਸ਼ਹਿਰ ਦੇ ਲੋਕ ਕਿਸੇ ਨਾਵਾਕਿਫ ਛੜੇ ਬੰਦੇ ਨੂੰ ਆਪਣਾ ਮਕਾਨ ਦੇਣ ਲਈ ਤਿਆਰ ਨਹੀਂ ਸਨ। ਇਸ ਮਸਲੇ ਦਾ ਹੱਲ ਗੁਲਾਬ ਕੌਰ ਦੇ ਅਪੜਨ ਨਾਲ ਨਿਕਲ ਆਇਆ। ਗੁਲਾਬ ਕੌਰ ਕਿਸੇ ਦੀ ਭਰਜਾਈ ਬਣ ਕੇ ਉਹਨੂੰ ਮਕਾਨ ਲੈ ਦਿੰਦੀ, ਕਿਸੇ ਦੀ ਭੈਣ ਬਣ ਕੇ ਉਹਦਾ ਟਿਕਾਣਾ ਬਣਵਾ ਦਿੰਦੀ। ਇੱਥੋਂ ਤੀਕ ਕਿ ਕੁਝ ਮਾਲਕ ਮਕਾਨਾਂ ਅੱਗੇ ਉਹਨੇ ਆਪਣੇ ਆਪ ਨੂੰ ਨਾਲ ਆਏ ਇਨਕਲਾਬੀ ਦੀ ਘਰਵਾਲੀ ਜ਼ਾਹਰ ਕਰਕੇ ਕਿਰਾਏ ਤੇ ਮਕਾਨ ਦਾ ਆਸਰਾ ਕਰਵਾ ਦਿੱਤਾ। ਗੁਲਾਬ ਕੌਰ ਦੇ ਇਸੇ ਆਰ ਪਾਰੋਂ ਅੰਦਰੂਨ ਮੋਚੀ ਦਰਵਾਜ਼ਾ ਲਾਹੌਰ ਵਿੱਚ ਇੱਕ ਪੁਰਾਣੇ ਮਕਾਨ ਵਿੱਚ ਗਦਰ ਪਾਰਟੀ ਆਪਣਾ ਹੈੱਡਕੁਆਰਟਰ ਖੋਲ੍ਹਣ ਵਿੱਚ ਕਾਮਯਾਬ ਹੋ ਗਈ। ਬਾਹਰੋਂ ਆਏ ਇਹ ਸੂਰਮੇ ਆਪਣੇ ਨਾਲ ਬਹਿਰੀ ਜਹਾਜ਼ਾਂ ਉੱਤੇ ਲੱਦ ਕੇ ਜਿਹੜਾ ਅਸਲਾ ਲੈ ਕੇ ਹਿੰਦੁਸਤਾਨ ਅਪੜੇ ਸਨ, ਉਹ ਤੇ ਮੁਖਬਰੀ ਹੋਣ ਪਾਰੋਂ ਸਮੁੰਦਰ ਵਿੱਚ ਹੀ ਸੁੱਟਣਾ ਪਿਆ ਸੀ ਜਾਂ ਰਹਿੰਦਾ ਅੰਗਰੇਜ਼ਾਂ ਨੇ ਕਾਬੂ ਕਰ ਲਿਆ ਸੀ। ਪਰ ਫਿਰ ਵੀ ਕੁਝ ਇਨਕਲਾਬੀ ਬਾਲਟੀਆਂ ਦੇ ਥੱਲਿਆਂ ਵਿੱਚ ਵਾਹਵਾ ਗਿਣਤੀ ਵਿੱਚ ਪਿਸਤੌਲ ਤੇ ਗੋਲੀਆਂ ਲੁਕਾ ਕੇ ਸੁੱਕੇ ਉੱਤੇ ਚੜ੍ਹਨ ਵਿੱਚ ਕਾਮਯਾਬ ਹੋ ਗਏ ਸਨ। ਪਰ ਹਿੰਦੁਸਤਾਨ ਦੀ ਪਾਵਰਫੁਲ ਅੰਗਰੇਜ਼ ਸਰਕਾਰ ਨਾਲ ਲੜਨ ਲਈ ਇਹ ਮਾਮੂਲੀ ਪਿਸਤੌਲ ਤੇ ਗੋਲੀਆਂ ਕੋਈ ਹਸੀਅਤ ਨਹੀਂ ਸਨ ਰੱਖਦੀਆਂ। ਗਦਰ ਪਾਰਟੀ ਦੀ ਪਹਿਲੀ ਮੀਟਿੰਗ ਵਿੱਚ ਹੀ ਜਿਹੜੇ ਸਵਾਲ ਸਭ ਨੇ ਚੁੱਕਿਆ ਉਹ ਗੋਲੇ ਬਾਰੂਦ ਬਾਰੇ ਸੀ। ਅੰਗਰੇਜ਼ ਸਰਕਾਰ ਨਾਲ ਲੜਨ ਲਈ ਤਾਕਤਵਰ ਬੰਬਾਂ ਦੀ ਚੋਖੀ ਲੋੜ ਸੀ। ਇਸ ਸਿਲਸਿਲੇ ਵਿੱਚ ਗਦਰ ਪਾਰਟੀ ਦੇ 2 ਮੈਂਬਰਾਂ ਆਪਣੇ ਯੋਗ ਪੂਰਾ ਵਾਹ ਲਾਇਆ, ਪਰ ਕੁਝ ਅਜਿਹੇ ਹਾਦਸੇ ਪੇਸ਼ ਆਏ ਕਿ ਬੰਬ ਬਣਾਉਣ ਦਾ ਮਸਲਾ ਨਿਬੜ ਨਾ ਸਕਿਆ। ਸਭ ਤੋਂ ਪਹਿਲਾਂ ਅਮਰੀਕਾ ਪਲਟ ਹਰਨਾਮ ਸਿੰਘ ਨੇ ਘਰ ਵਿੱਚ ਮਸਾਲਾ ਤਿਆਰ ਕਰਕੇ ਇੱਕ ਅਣਘੜਿਆ ਜਿਹਾ ਬੰਬ ਬਣਾਇਆ, ਪਰ ਵੇਲਿਓਂ ਪਹਿਲਾਂ ਹੀ ਫਟ ਜਾਣ ਪਾਰੋਂ ਉਹ ਆਪੋਂ ਮਰਦਾ ਬਚਿਆ। ਹਰਨਾਮ ਸਿੰਘ ਦੇ ਤਿਆਰ ਕੀਤੇ ਇਸ ਬੰਬ ਦੇ ਫਟਣ ਪਾਰੋਂ ਜਾਨੋਂ ਤੇ ਉਹ ਬਚ ਗਿਆ, ਪਰ ਉਹਦੀ ਇੱਕ ਬਾਂਹ ਉੱਡ ਗਈ ਤੇ ਸਦਾ ਲਈ ਉਹਦਾ ਨਾਂ ਹਰਨਾਮ ਸਿੰਘ ਟੁੰਡੀ ਲਾਟ ਪੈ ਗਿਆ। ਦੂਜੇ ਨੰਬਰ ਤੇ ਹਾਂਗਕਾਂਗ ਤੋਂ ਆਏ ਹੋਏ ਇੱਕ ਹੋਰ ਪੰਜਾਬੀ ਜਾਨਬਾਜ਼ ਡਾਕਟਰ ਮਥੁਰਾ ਸਿੰਘ ਤੇ ਹਰਦੇ ਰਾਮ ਨੇ ਸ਼ੀਸ਼ੇ ਤੇ ਪਿੱਤਲ ਦੀਆਂ ਦਵਾਤਾਂ ਵਿੱਚ ਘਰ ਤਿਆਰ ਕੀਤਾ ਮਸਾਲਾ ਭਰ ਕੇ ਬੰਬ ਤਿਆਰ ਕੀਤੇ। ਇਹ ਬੰਬ ਵਾਹਵਾ ਕਾਮਯਾਬ ਹੋਏ। ਅੰਮ੍ਰਿਤਸਰ ਨਹਿਰ ਦੇ ਕੰਢੇ ਇਹਨਾਂ ਨੂੰ ਚਲਾ ਕੇ ਤਜਰਬਾ ਵੀ ਕੀਤਾ ਗਿਆ। ਇਸ ਕਾਮਯਾਬੀ ਨਾਲ ਗਦਰ ਪਾਰਟੀ ਦੀ ਹਿੰਮਤ ਵਧੀ ਤੇ ਅਮਰ ਸਿੰਘ ਰਾਜਪੂਤ ਨੂੰ ਬੰਬਾਂ ਲਈ ਪਿੱਤਲ ਦੇ ਖੋਖੇ ਬਣਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਅਮਰ ਸਿੰਘ ਨੇ ਲਾਹੌਰ ਵਿੱਚ ਧਾਤ ਦਾ ਕੰਮ ਕਰਨ ਵਾਲੀ ਰਘੂ ਫੈਕਟਰੀ ਨਾਲ ਪਿੱਤਲ ਦੇ ਖੋਖੇ ਬਣਵਾਉਣ ਦੀ ਗੱਲ ਪੱਕੀ ਕਰ ਲਈ, ਪਰ ਬਾਅਦ ਵਿੱਚ ਫੈਕਟਰੀ ਦੇ ਮਾਲਕ ਨੂੰ ਸ਼ੱਕ ਪਾ ਦਿੱਤਾ ਤੇ ਉਹਨਾਂ ਇਹ ਆਰਡਰ ਕੈਂਸਲ ਕਰ ਦਿੱਤਾ। ਤੀਜੀ ਵਾਰ ਗਦਰ ਪਾਰਟੀ ਦੇ ਆਗੂਆਂ ਗੋਲੇ ਬਾਰੂਦ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਉੱਤੇ ਪਾਈ। ਇਹ ਉਹ ਕਰਤਾਰ ਸਿੰਘ ਸੀ ਜਿਹੜਾ ਕਦੇ ਅਮਰੀਕਾ ਦੀ ਮਸ਼ਹੂਰ ਬਰਕਲੇ ਯੂਨੀਵਰਸਿਟੀ ਵਿੱਚ ਕੈਮਿਸਟਰੀ ਪੜ੍ਹਿਆ ਰਿਹਾ ਸੀ।
जिन्हें अमरीका विचों पार्टी का पहला पंजाबी हफ्तावार गदर कढ़न लई अपनी सारी जमा पूंजी पार्टी फंड में जमा करा दी सी ते इसे पंजाबी अखबार नूं चलदे रखण लई उस अपनी पढ़ाई भी अध विचकार छड्ड दित्ती। 17 वरियां दा ये जोशीला इनकलाबी पंजाबी जुबान का बड़ा सुचज्जा शायर भी सी। वो उन्हां पहले लोकां विचों एक सी जिहड़े पंजाब नूं आज़ाद करवाउण तो अड अपनी नमाणी माँ बोली नूं उहदा असल थां दिवाण दी गल भी करदे सन। करतार सिंह ने पंजाब ते पंजाबी जुबान लई अपनी जान कुर्बान करन दी सौं खाधी हुई सी ते उहदा एक बोल गदर पार्टी के सारे मैंबरां विचकार बड़ा मशहूर होया सी। वो अक्सर आखदा हुंदा सी, मौत नाल मेरी मंगनी हुई है, मैं पंजाब ते पंजाबी लिए अपनी जिंद वारांगा। करतार सिंह जिला लुधियाना के एक पिंड सराबा विच जम्मिया सी। इस बारों उहदा नाम करतार सिंह सराबा पै गया। गदर पार्टी के इकट्ठ विच जद उहदे उत्ते बंबसाजी की जिम्मेदारी पाई गई तो उन्हें बड़े गौह नाल इस मसले उत्ते काम शुरू कर दिता। उन्होंने इलम होया कि इस वेले पूरे भारत विचों बंगाल ही एक अजिहा सूबा है जिथे अंग्रेज़ विरोधी इनकलाबियां दीयां कार्रवाइयां पंजाब वांगू सिखरां ते अपणियां होईयां ने। ते यह भी अफवाह मशहूर सी कि बंगाली इनकलाबी अजिहे बंब बनाउण विच कामयाब हो चुके हैं जिहड़े पूरी रैजीमेंट नूं तबाह कर सकते हैं। तो हुण करतार सिंह बंगाल जाण बारे सोचण लग पिया। गदर पार्टी की इस मीटिंग में ही गुलाब कौर नूं पंजाबी सूरमियां विचकार राबता जोड़ी रखण ते एक दूजे तक सुनेहा पत्र अपनाउण दा डाढा जिम्मेवारी वाला काम दिता गया। इन्हां अंडरग्राउंड काम करने वाले इनकलाबियां विचाले तालमेल पैदा करने लई लाहौर रेलवे स्टेशन तो अड होर किहड़ी चंगी थां हो सकती सी। गुलाब कौर ने स्टेशन लागे ठार बना लई एक चाल सोची। वो बाज़ारों एक चरखा ते कुछ रूं मुल लैके आई। रेलवे स्टेशन के नाल बने बंसी लाल के मंदिर की सराह में ये सब कुछ लैके जा बैठी तो अपने आप नूं एक बेआसरा सुहानी ज़ाहिर करके चरखा कत के गुजारा करन लै पई। पर विचों उहदा काम यह सी कि वह मंदिर विच पूजा दे पज आउण वाले इनकलाबियां कोलों नवीआं इतलावां लैंदी सी ते उन्हां तिकर पार्टी के हुक्म ते मत्तां अपणाउंदी सी। करतार सिंह जदों बंगाल वल टुरिया तो वह भी गुलाब कौर नूं मिल के गया सी। करतार सिंह बंगाल अपड़िया तो उन्होंने डाढी खुशी हुई कि बंगालियों में सियासी जागृति उहदे गवेड़ां तो भी किते वध। बंगाल विच अंग्रेज़ां बरखिलाफ बंगालियों दी कार्रवाइयां एक जोरावर लहर का रूप धार गई सन। बंगाली इनकलाबियों की इस लहर का आगू एक मंदरे कद ते माड़े वजूद का बंदा राम बिहारी बोस सी। राम बिहारी फार ईस्ट रिसर्च इंस्टीट्यूट विच कदे हैड क्लर्क हुंदा सी, पर वह पक्का कौमप्रस्त सी ते अपने इनकलाबी नारियां पारों नौकरी तो कर दिता गया सी। फिर भी अंग्रेज़ खिलाफ अपनी कार्रवाइयां टोरी रखण पारों वह सारे बंगाल में चोटी का आज़ादी पसंद आगू बन गया सी। वो अंग्रेज़ी सरकार नूं हिंदुस्तान के वायसराय लॉर्ड हार्डिंग उत्ते बंब सुट्टण के इल्जाम में चाहिदा सी ते उहदे खिलाफ साजिश केस अदालत में चल रहा सी। सरकार ने उसकी गिरफ्तारी लई 7,500 रुपए के इनाम का होका दिता होया सी। जदों करतार सिंह बंगाल अपड़िया तो राम बिहारी पूरे तौर अंडरग्राउंड चला गया सी। बड़ियां औकड़ां नाल करतार सिंह बनारस विच उहदे नाल मुलाकात करने विच कामयाब होया। राम बिहारी ने पहलों तो शक पारों करतार सिंह नाल किसी किस्म का तावन करने तो इनकार कर दिता, पर जदों करतार सिंह ने अंग्रेज़ों खिलाफ अपने दिली जज्बे उन्होंने सुनाए तो वह निरा बंब बनाउण विच पंजाबियों की मदद करने लई तैयार ना होया, सगों उन्हें गदर पार्टी के काम में हत्थ वंडाउण लई आपूं भी पंजाब आउण का फैसला कर लिया। राम बिहारी ने अपने नाल एक होर बंगाली आगू पिंगले ते कुछ बंगाली कारीगरां नूं लिया ते करतार सिंह ने रेल गड्डी उत्ते चढ़ के पंजाब वल मूँह कर लिया। गुलाब कौर ने अपने बंदियां कोलों उन्हां दे टुरन की इतलाह लई ते पार्टी के हैडकुआटर अपड़ा दित्ती। इसे लई जदों 25 जनवरी 1915 नूं अंग्रेज़ां लई मोस्ट वांटेड अखवान वाले ये इनकलाबी भेस बदल के अंमृतसर के स्टेशन उत्ते लथे तो उत्थे पेंडुआं के रूप में मौजूद पार्टी के मैंबरां उन्हां नूं जफ्फे मारदे सरकारी एहलकारां की अख तो बचाउंदे स्टेशन तो बाहर लियाण विच कामयाब हो गए। तो लो बेलियो ऐसी गुलाब कौर कहानी का पहला हिस्सा। दूजा हिस्सा लैके छेती ही तुहाडे तक फिर हाज़र होवांगा।